ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਵਾਹਿਗੁਰੂ ਵਾਹਿਗੁਰੂ ਸਾਰੀ ਸੰਗਤ ਜਪ ਕਰੋ ਭਾਈ। तुझ बिन कवन हमारा मेरे प्रीतम प्राण आधारा। तुझ बिन कवन हमारा
मेरे प्रीतम प्राण आधारा। तुझ बिन कवन हमारा मेरे प्रीतम प्राण आधारा। तुझ बिन कवन हमारा मेरे प्रीतम प्राण आधारा। मेरे प्रीतम प्राण आधारा। तुझ बिन कवन हमारा 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 मेरे प्रीतम प्राण आधारा। मेरे प्रीतम प्राण आधारा। मेरे प्रीतम प्राण आधारा। प्रीतम प्राण आधारा। मेरे प्रीतम प्राण आधारा। मेरे प्रीतम प्राण आधारा। मेरे प्रीतम प्राण आधारा। प्रीतम प्राण आधारा। मेरे प्रीतम प्राण आधारा। मेरे प्रीतम प्राण आधारा। मेरे प्रीतम प्राण आधारा। मेरे प्रीतम प्राण आधारा। तुझ बिन कवन हमारा 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 मेरे प्रीतम प्राण आधारा। अंतर की विद तुम ही जानी तुम ही सजन सहेले। सर्व सुखा में तुझ ते पाए मेरे ठाकुर अग है अतुले। वर्ण न सको तुमरे रंगा गुण निधान सुख दाते। अगम अगोचर प्रभु अविनाशी पूरे गुरते जाते। परम काट किए नहीं केवल जबते हूँ मैं मारी। जन्म मरण को चूको सहसा साधु संग दुष्टारी। चरण पखार करो गुर सेवा बार जाओ लख बरिया। जय प्रसाद एह भव जल तरिया। जन नानक प्रै संग मरिया। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। तुझ बिन कवन हमारा जी मेरे प्रीतम प्राण आधारा। प्रीतम प्राण आधारा। तुझ बिन कवन हमारा जी मेरे प्रीतम प्राण आधारा।
ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਅੰਤਰਮੁਖ ਕਰੋ, ਤਾਂ ਜੋ ਜਿਤਨਾ ਵੀ ਸਮਾਂ ਸਤਸੰਗਤ ਦਾ ਆਪਣੇ ਪਾਸ ਹੈ, ਇਸ ਸਮੇਂ ਤੋਂ ਲਾਭ ਉਠਾ ਸਕੀਏ। ਸਤਸੰਗਤ ਤੋਂ ਲਾਭ ਉਠਾਉਣ ਲਈ ਬਹੁਤ ਲਾਜ਼ਮੀ ਗੱਲ ਹੈ ਮਨ ਨੂੰ ਇਕਾਗਰ ਕਰਨਾ। ਇਹ ਮਨ ਹਰ ਜੀਤ ਆਏ ਤੂੰ ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਹ ਮਨ ਉਹ ਵਾਹਿਗੁਰੂ ਦੀ ਆਰਾਧਨਾ ਕਰ, ਮਨ ਬਿਰਤੀ ਨੂੰ ਇਕਾਗਰ ਕਰਕੇ ਜਿਸ ਵਾਹਿਗੁਰੂ ਦੀ ਕਿਤਨੀ ਵਡਿਆਈ ਹੈ, ਜਿਹੜਾ ਇਤਨੀਆਂ ਦਾਤਾਂ ਦੇ ਰਿਹਾ ਹੈ, ਔਰ ਵਿਸ਼ੇਸ਼ਤਾ ਕੀ ਹੈ, ਦੇ ਨਾ ਪਛੋਤਾਏ। ਉਹ ਇਤਨੀ ਦਾਤ ਸਾਨੂੰ ਦੇ ਰਿਹਾ ਹੈ, ਔਰ ਵਿਸ਼ੇਸ਼ਤਾ ਇਸ ਗੱਲ ਦੀ ਹੈ ਕਦੇ ਉਸ ਨੂੰ ਪਛਤਾਵਾ ਨਹੀਂ ਹੁੰਦਾ। ਇਸ ਦਾ ਕੀ ਅਰਥ ਹੈ? ਮਾਨੋ ਆਪਾਂ ਕਿਸੇ ਨੂੰ ਕਿਸੇ ਦੇ ਔਖੇ ਸਮੇਂ ਕਿਸੇ ਦੀ ਕੋਈ ਮਦਦ ਕਰੀਏ, ਕਿਸੇ ਨੂੰ ਪੈਸਾ ਦਈਏ, ਜਾਂ ਕਿਸੇ ਪਾਸ ਘਰ-ਬਾਰ ਨਹੀਂ ਉਹਨੂੰ ਘਰ ਰਹਿਣ ਵਾਸਤੇ ਦੇ ਦਈਏ, ਕਿਸੇ ਦੇ ਪਾਸ ਖਾਣ ਵਾਸਤੇ ਭੋਜਨ ਨਹੀਂ ਉਹਨੂੰ ਖਾਣ ਦੀ ਵਸਤੂ ਦੇ ਦਈਏ। ਕਿਸੇ ਤਰੀਕੇ ਨਾਲ ਵੀ ਕਿਸੇ ਦੀ ਕੁਛ ਮਦਦ ਕਰੀਏ, ਕਿਸੇ ਨੂੰ ਕੁਛ ਦੇ ਦਿੱਤਾ ਜਾਏ, ਔਰ ਸਮਾਂ ਪੈਣ 'ਤੇ ਉਹ ਮੁਨਕਰ ਹੋ ਜਾਏ, ਅਕਿਰਤ ਕੰਨ ਹੋ ਜਾਏ, ਕੀਮਤ ਕਦਰ ਪਾਵੇ ਹੀ ਨਾ। ਸਾਡੇ ਮਨ ਵਿੱਚ ਜ਼ਰੂਰ ਜਾਂਦਾ ਵੀ ਇਸ ਪ੍ਰੇਮੀ ਦਾ ਅਸੀਂ ਇਤਨਾ ਕੁਝ ਸੋਚਿਆ, ਇਤਨਾ ਕਰਿਆ, ਪਰ ਇਹਨਾਂ ਨੇ ਕਦਰ ਹੀ ਨਹੀਂ ਪਾਈ, ਅਕਿਰਤ ਕੰਨ ਹੋ ਗਏ। ਮਨ ਵਿੱਚ ਪਛਤਾਵਾ ਪੈਦਾ ਹੋ ਜਾਂਦਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਸਾਧ ਸੰਗਤ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹ ਇਹੋ ਜਿਹਾ ਹੈ, ਜੁਗਾ ਜੁਗਾਂਤਰਾਂ ਤੋਂ ਹੀ ਸਾਧ ਸੰਗਤ ਸਾਨੂੰ ਦਾਤਾਂ ਦੇਦਾ ਆ ਰਿਹਾ ਹੈ। ਜੁਗਾ ਜੁਗਾਂਤਰਾਂ ਤੋਂ ਉਸ ਵਾਹਿਗੁਰੂ ਦੀਆਂ ਦਾਤਾਂ ਵੀ ਇਹੋ ਜਿਹੀਆਂ ਹਨ। ਉਹਨਾਂ ਦੇ ਤੁਲ ਸਾਧ ਸੰਗਤ ਕੋਈ ਹੋਰ ਵਸਤੂ ਹੈ ਹੀ ਨਹੀਂ। ਉਹਨਾਂ ਦੀ ਅਸੀਂ ਕੀਮਤ ਪਾ ਹੀ ਨਹੀਂ ਸਕਦੇ, ਇਤਨੀਆਂ ਅਮੋਲਕ ਵਸਤੂਆਂ ਹਨ। ਇਤਨੇ ਪਰਉਪਕਾਰ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ 'ਤੇ ਕੀਤੇ ਹਨ। ਜੇ ਪ੍ਰਭੂ ਦੀਆਂ ਦਾਤਾਂ ਦੀ ਕੁਛ ਵਿਚਾਰ ਕਰਨੀ ਹੋਵੇ, ਸੁਖਮਨੀ ਸਾਹਿਬ ਦਾ ਜਾਪ ਕਰੋ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦਸਤਾਨੀ। ਜਿਨ ਤੂੰ ਸਾਜ ਸ਼ਿੰਗਾਰ ਸਿਵਾਰਿਆ, ਗਰਭ ਅਗਨ ਮੈਂ ਜਿਨੇ ਉਵਾਰਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਪਰ ਜੋਵਨ ਭੋਜਨ ਸੁਖ ਸੂਧ। ਬਿਰਧ ਪਿਆ ਉਪਰ ਸਾਖ ਸੈਨ, ਮੁਖ ਉਪਾਉ ਬੈਠ ਕੋ ਦੈਨ। ਇਹੋ ਨਿਰਗੁਣ ਗਨ ਕੁਛ ਨਾ ਬੁਝੈ, ਬਖਸ਼ ਲਿਹੋ ਤੈ ਨਾਨਕ ਸੀਖੈ। ਜੈ ਪ੍ਰਸਾਦ ਧਰ ਉਪਰ ਸੁਖ ਵਸ ਹੈ, ਸੁਤ ਭਰਾਤ ਮੀਤ ਬੰਤਾ ਸੰਘਰਸ ਹੈ। ਜੈ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਾਵਨ ਪਾਵਕ ਮੁਲਾ। ਜੈ ਪ੍ਰਸਾਦ ਭੋਗੈ ਸਬਰ ਸਾਰ, ਸਗਲ ਸਮਗਰੀ ਸੰਗ ਸਾਥ ਵਸਾ। ਦੀਨੇ ਹਸਤ ਭਾਵ ਕਰਨ ਨਿਤ ਰਸਨਾ, ਤਿਸੈ ਤਿਆਗ ਅਵਸਨ। ਵਾਹਿਗੁਰੂ ਦੇ ਰਿਹਾ ਹੈ, ਮਾਤਾ ਦੇ ਗਰਭ ਵਿੱਚ ਪ੍ਰਤਪਾਲਣਾ ਕਰਦਾ ਹੈ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਸਾਧ ਸੰਗਤ ਹੋਰ ਬਚਪਨ ਵਿੱਚ ਜਦੋਂ ਕੋਈ ਆਹਾਰ ਇਹ ਲੈ ਨਹੀਂ ਸਕਦਾ, ਪਹਿਲਾਂ ਤਾਂ ਮਾਤਾ ਦੇ ਉਦਰ ਵਿੱਚ ਹੀ ਆਹਾਰ ਦਾ ਪ੍ਰਬੰਧ ਕਰਦਾ ਵਾਹਿਗੁਰੂ। ਫਿਰ ਜਦੋਂ ਜਨਮ ਹੁੰਦਾ ਉਦੋਂ ਦੁੱਧ ਦਾ ਅਰੇਂਜ ਵਾਹਿਗੁਰੂ ਪਰਮੇਸ਼ਰ ਕਰਦਾ ਹੈ। ਸੋ ਇਉਂ ਕਰਕੇ ਜਵਾਨੀ ਵਿੱਚ ਭੋਜਨ ਬੜਾ ਕੁਛ ਵਾਹਿਗੁਰੂ ਦੇ ਰਿਹਾ ਹੈ। ਆਪ ਹਵਾ ਕਹੋ, ਪਾਣੀ ਕਹੋ, ਇਹ ਸਾਰੀਆਂ ਦਾਤਾਂ ਵਾਹਿਗੁਰੂ ਦੀਆਂ ਅਮੁੱਲੀਆਂ ਦਾਤਾਂ ਹਨ। ਔਰ ਵੱਡੀ ਵਿਸ਼ੇਸ਼ਤਾ ਕਦੇ ਵਾਹਿਗੁਰੂ
ਇਹ ਨਹੀਂ ਕਹਿੰਦਾ ਮੈਂ ਦੇ ਰਿਹਾ ਜਾਂ ਪਛਤਾਵਾ ਸਾਰਿਆਂ ਨੂੰ ਦੇ ਰਿਹਾ। ਅਕਿਰਤ ਕਣਾਂ ਨੂੰ ਪਾਲਦਾ। ਅਸੀਂ ਅਕਿਰਤ ਕਣ ਪੁਰਸ਼, ਅਕਿਰਤ ਕਣ ਉਹਨੂੰ ਕਹੀਦਾ ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਦੇਵੇ। ਸਾਧ ਸੰਗਤ ਉਹਨੂੰ ਅਕਿਰਤ ਕਣ ਕਿਹਾ ਜਾਂਦਾ ਹੈ। ਧਰਤੀ ਪੁਕਾਰ ਕਰਦੀ ਹੈ, ਭਾਰੇ ਕੋਈ ਅਕਿਰਤ ਕਣ ਮੰਦੇ ਹੂੰ ਮੰਦੇ। ਧਰਤੀ ਕਹਿੰਦੀ ਹੈ ਮੇਰੇ ਤੇ ਅਕਿਰਤ ਕਣ ਪੁਰਸ਼ ਦਾ ਭਾਰ ਹੈ। ਇਹ ਅਕਾਲ ਪੁਰਖ ਵਾਹਿਗੁਰੂ, ਹੋਰ ਕੋਈ ਭਾਰ ਨਹੀਂ ਵਿਆਪਦਾ। ਪਰ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਸਾਸਨ ਦਾਤਾਂ ਦੇ ਰਿਹਾ ਹੈ। ਦੇ ਨਾ ਪਛੋਤਾਏ। ਪਰ ਮਨ ਵਿੱਚ ਇਹ ਨਹੀਂ ਕਿ ਆ ਮੇਰਾ ਨਾਮ ਨਹੀਂ ਜਪਦਾ, ਮੈਂ ਇਹਨੂੰ ਦਾਤ ਨਹੀਂ ਦੇਣੀ। ਵਾਹਿਗੁਰੂ ਨਿਰਵੈਰ ਹੋਣ ਕਰਕੇ ਸਾਰਿਆਂ ਨੂੰ ਬਖਸ਼ਿਸ਼ਾਂ ਕਰ ਰਿਹਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਕਹਿ ਰਹੇ ਹਨ, ਇਹ ਮਨ ਹਰ ਜੀ ਧਿਆਏ ਤੂੰ। ਇਹ ਮਨ ਉਹ ਵਾਹਿਗੁਰੂ ਨੂੰ ਧਿਆ, ਇੱਕ ਮਨ ਇੱਕ ਚਿੱਤ ਪਾਏ। ਮਨ ਬਿਰਤੀ ਨੂੰ ਇਕਾਗਰ ਕਰਕੇ ਵਾਹਿਗੁਰੂ ਦਾ ਜਸ ਕਰ। ਸੋ ਆਓ ਆਪਣੀ ਵਿਚਾਰ ਚੱਲੀ ਆ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਕਿ ਗੁਰੂ ਜੀ ਦੀ ਅੰਮ੍ਰਿਤ ਬਾਣੀ, ਗੁਰਬਾਣੀ ਸਾਨੂੰ ਸਿੱਧ ਦੇ ਰਹੀ ਹੈ, ਸਾਨੂੰ ਸਿੱਖਿਆ ਦੇ ਰਹੀ ਹੈ, ਜਿਸ ਨੂੰ ਧਾਰ ਕੇ ਅਸੀਂ ਆਪਣੇ ਜੀਵਨ ਨੂੰ ਉੱਚਾ ਸੁੱਚਾ ਬਣਾਉਣਾ ਹੈ, ਸੁਖੀ ਹੋਣਾ ਹੈ, ਤਮਾਮ ਦੁੱਖਾਂ ਤੋਂ ਮੁਕਤ ਹੋਣਾ ਹੈ, ਪਾਪਾਂ ਕਲੇਸ਼ਾਂ ਤੋਂ ਮੁਕਤ ਹੋਣਾ ਹੈ। ਆਤਮਾਨਸ ਤੇ ਮਿਲੀ ਹੈ, ਇਸ ਤੋਂ ਲਾਹਾ ਉਠਾਉਣਾ ਹੈ। ਸਾਧ ਸੰਗਤ ਕਿਵੇਂ ਉਠਾਈਏ, ਇਹ ਵਿਚਾਰ ਚੱਲੀ ਆ ਰਹੀ ਹੈ। ਭਾਈ ਗੁਰਦਾਸ ਜੀਆਂ ਦੀ ਵਾਰ ਦਾ ਹਵਾਲਾ ਦੇ ਕੇ ਆਪਾਂ ਨੇ ਵਿਚਾਰ ਆਰੰਭ ਕੀਤੀ ਸੀ ਪਹਿਲੇ ਦਿਨ ਤੋਂ। ਤ੍ਰਿਗ ਸਿਰ ਜੋ ਗੁਰੂ ਨਾਨਕ ਵੈ ਗੁਰ ਲਗੇ ਨ ਚਰਣੀ, ਤ੍ਰਿਗ ਲੋਇਨ ਗੁਰ ਦਰਸ ਵਿਣ ਪੇਖੇ ਪਰ ਤਰਣੀ, ਤ੍ਰਿਗ ਸਰਵਣ ਉਪਦੇਸ਼ ਵਿਣ ਸੁਣ ਸੁਰਤ ਨ ਧਰਣੀ, ਤ੍ਰਿਗ ਜੀਵਾ ਗੁਰ ਸ਼ਬਦ ਵਿਣ ਹੋਰ ਮੰਤਰ ਸਿਮਰਨੀ। ਇੱਥੋਂ ਤੱਕ ਆਪਣੀ ਵਿਚਾਰ ਹੋਈ ਹੈ। ਸਿਰ ਨੇ ਗੁਰੂ ਦੇ ਚਰਨਾਂ ਵਿੱਚ ਝੁਕਣਾ ਹੈ, ਨੇਤਰਾਂ ਨੇ ਗੁਰੂ ਦੇ ਦਰਸ਼ਨ ਕਰਨੇ ਹਨ, ਕੰਨਾਂ ਨੇ ਸੱਚੀ ਬਾਣੀ ਸੁਣਨੀ ਹੈ, ਨਾਮ ਸੁਣਨਾ ਹੈ, ਰਸਨਾ ਨੇ ਵਾਹਿਗੁਰੂ ਦੇ ਸ਼ਬਦ ਦਾ ਰਸ ਲੈਣਾ ਹੈ। ਇਹ ਇਹਨਾਂ ਦੇ ਮਨੋਰਥ ਅਨੁਸਾਰ ਇਹਨਾਂ ਦਾ ਮਕਸਦ ਇਹੀ ਹੈ, ਜਿਸ ਕਰਕੇ ਗੁਰੂ ਜੀ ਨੇ ਇਹ ਦੇਹ ਨੂੰ ਲਾਏ ਹਨ। ਕੱਲ ਸੁਣਿਆ ਰਸਨਾ ਕਰਕੇ ਸੱਤੇ ਬਲਵੰਡੇ ਨੇ ਨਿੰਦਿਆ ਕੀਤੀ। ਸਾਧ ਸੰਗਤ ਕਿੱਥੇ ਪਹੁੰਚੇ ਸਨ ਫਿਰ ਨਿੰਦਿਆ ਕਰਕੇ। ਕੀਰਤਨ ਕਰਨ ਤੋਂ ਮਨਾ ਕੀਤਾ। ਗੁਰੂ ਜੀ ਨੇ ਗੁਰਸਿੱਖਾਂ ਨੂੰ ਕਿਹਾ ਵੀ ਸਿੱਖੋ, ਉਹ ਹੰਕਾਰੀ ਹੋ ਚੁੱਕੇ ਹਨ, ਤੁਸੀਂ ਆਪ ਕੀਰਤਨ ਕਰੋ। ਸਾਧ ਸੰਗਤ ਵਾਹਿਗੁਰੂ ਜਿਸ ਉੱਤੇ ਨਜ਼ਰ ਕਰਦਾ ਹੈ ਉਸੇ ਤੋਂ ਹੀ ਕੀਰਤਨ, ਉਸੇ ਤੋਂ ਹੀ ਜਸ ਕਰਵਾ ਲੈਂਦਾ ਹੈ। ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਜਿਹੜੇ ਵਾਹਿਗੁਰੂ ਨੂੰ ਭਾ ਜਾਣ ਜਸ ਵੀ ਉਹੀ ਕਰਦੇ ਨੇ। ਗੁਰੂ ਜੀ ਨੇ ਉਦੋਂ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ ਕਿ ਚਲੋ ਭਾਈ ਤੁਸੀਂ ਕੀਰਤਨ ਕਰੋ। ਸੋ ਇਉਂ ਕਰਕੇ ਉਹਨਾਂ ਨੇ ਨਿੰਦਿਆ ਕੀਤੀ, ਫਟਕਾਰੇ ਗਏ। ਫਿਰ ਉਸੇ ਜ਼ੁਬਾਨ ਨਾਲ ਉਪਮਾ ਕੀਤੀ। ਰਾਮ ਕਲੀ ਕੀ ਵਾਰ ਰਾਏ ਬਲਵੰਤ ਤਥਾ ਸਤੇੜੂ ਮਾਖੀ, ਇਹ ਉਚਾਰਨ ਕੀਤੀ। ਇਸ ਵਿੱਚ ਗੁਰੂ ਸਾਹਿਬਾਨਾਂ ਦੀ ਉਪਮਾ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ, ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ। ਇਉਂ ਕਰਕੇ ਗੁਰੂ ਸਾਹਿਬਾਨਾਂ ਦੀ ਉਪਮਾ ਕਰਕੇ ਉਹਨਾਂ ਨੇ ਆਪਣੇ ਜੀਵਨ ਨੂੰ ਸਫਲਾ ਕੀਤਾ ਸੀ। ਹੁਣ ਅੱਗੇ ਵਾਰੀ ਹੈ ਸਾਸਨ ਹੱਥਾਂ ਪੈਰਾਂ ਦੀ। ਭਾਈ ਗੁਰਦਾਸ ਜੀ ਕਹਿੰਦੇ ਹਨ, ਬਿਨ ਸੇਵਾ ਤ੍ਰਿਗ ਹੱਥ ਪੈਰ, ਹੋਰ ਨਿਹਫਲ ਕਰਨੀ। ਹੱਥ ਔਰ ਪੈਰ ਇਹ ਕਿਸ ਮਨੋਰਥ ਵਾਸਤੇ ਗੁਰੂ ਜੀ ਨੇ ਸਾਨੂੰ ਦਿੱਤੇ ਹਨ। ਪੈਰਾਂ ਦੇ ਨਾਲ ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਹੈ। ਚਰਨ ਹੈ ਗੋਬਿੰਦ ਮਾਰਗ ਸੁਹਾਵਾ, ਆਨ ਮਾਰਗ ਜੀਤਾ ਕਿਛ ਧਾਈਏ ਤੇ ਤੋ ਹੀ ਦੁਖਾਵਾ। ਚਰਨਾਂ ਦੇ ਨਾਲ ਅਸੀਂ ਗੁਰੂ ਦੇ ਦੱਸੇ ਮਾਰਗ 'ਤੇ ਚੱਲਣਾ ਹੈ। ਗੁਰੂ ਦਾ ਮਾਰਗ ਕੀ ਹੈ? ਸਾਧ ਸੰਗਤ ਕਿ ਭਲੇ ਦੇ ਕਾਰਜ ਕਰਨੇ। ਕੋਈ ਦੁਖੀ ਹੈ, ਉਹਦਾ ਦੁੱਖ ਨਵਿਨ ਕਰਨ ਵਾਸਤੇ ਚਰਨਾਂ ਨੂੰ ਅੱਗੇ ਵਧਾਉਣਾ।
कोई संकट विच है, उहदा संकट दूर करने वास्ते पैर अगांह नूं वधाउने। जो भी गुरु जी ने सानू मार्ग दस्या, गुरु का मार्ग यही है, दुखियां की सेवा करनी, लुकाई की सेवा करनी, उहदे वास्ते कदम अगांह नूं करने, पैर अगे नूं वधाउने साध संगत। पर साडी हालत की हो चुकी है, चंगियाई आलक करे बुरियाई होए शेर। की हालत है, चंगे काम करने वास्ते तुरना होवे सानू आलस पै जाती है, बुरे काम करने होण उदों ही तुर पैंदे आ साध संगत, उदों आलस उस कते जाती है। गुरु जी कहते हैं ये चरनां दे नाल चंगे काम करने वास्ते अगांह नूं वध। रख रख चरण तहे विचारी, दुविधा छुड़ पै निरंकारी। ए प्रेमियां, कोई भी कदम तैं अगांह नूं पुट्टना है, गुरु जी कहते 1000 दफा सोच पहला विचार कर, जिहड़ा कदम मैं चक्कन लग्या गुरु दे दसे आशे नाल ये रिलेटेड है या नहीं, गुरु दे दसे हुए उपदेश दे नाल ये संबंधित है या नहीं है। चरण उस तरीके नाल अगांह नूं करने हैं। चरनां दा काम ये है, पैरां दा काम ये है। फिर हत्थां दा काम की है साध संगत? हत्थ भी गुरु जी ने कहे सेवा करने वास्ते, भला करने वास्ते। विच दुनिया सेव कमाई है तां दरग है वैसन पाई है। लुकाई की सेवा करनी, गुरु की सेवा करनी, संगतां की सेवा करनी हत्थां दे नाल साध संगत। देखो जिन्हां ने सेवा की, पिंगलवाड़े वाले भाई पूਰਨ सिंह जी का जीवन देखो, जिन्होंने देखने तो दुनिया के लोग घृणा करते सन, किरम पए हुए सन दुनिया के, उन्होंने भाई पूर्ण सिंह ने हत्थां नाल साफ किया साध संगत। और किसी तो कोई माया नहीं मंगी, निष्काम होकर सेवा करते रहे और कदे अपने आप को जनाया भी है नहीं। सेवा तो उही है साध संगत जिहड़ी कीती जावे, किसी को पता भी ना लगे, कोई जनाए ही ना अपनी सेवा नूं, उहनूं गुरु जी ने सेवा कहा है। पर संसार की हालत अज कुछ होरे हो चुकी है। गुरु नानक महाराज नूं भाई अजिते ने पूछा सी, महाराज कल युग दे विच आप नूं किहड़ा सिख प्रवान होएगा? गुरु जी कहंदे ने, भाई अजिता जिहड़ा राई जिन्ना करके रत्ती जिन्ना भी दिखावा ना करे, मैनूं ओह प्रवान है। घालना बहुती होवे और छुपाउंदा होवे, अपने आप को जनाउंदा ही ना होवे साध संगत। जिवें गुरु जी कहते हैं, सबर अंदर साबरी तन इवे जालीन, हो नज़दीक खुदाए दे भेत ना किसे देन। किसी को अपना भेद दसे ही ना, गुप्त होके सेवा करे, राई जिन्ना करके रति जिन्ना भी दिखावा ना करे। पर साडा की काम है साध संगत? करते रती जिन्ना का दिखावा पहाड़ा जिड्डा करते, दिखावा बहुता हो जाता है, साड़ी करनी घट है, दिखावा बहुता है। सो ये गुरु जी नूं परवाह नहीं। गुरु जी कहते हैं पैरां नाल परोपकार करने वास्ते वध, हत्थां दे नाल सेवा कर, पर सेवा वो दिखावे दी ना होवे। सेवा कर तुहे ने कामी, जिसको होत प्राप्त स्वामी। निष्काम होके सेवा कर, अपने आपे नूं जनाउणा नहीं। सेवा काहदे वास्ते करींदी है साध संगत? कि साडा अपना आपा खत्म हो जाए। पर कई पुरुष कई सज्जन इवें करदे हन, सेवा इस तरीके नाल करदे हन, अंदर हों परवल कर बैठे जांदे हन, मैं आ कीता मैं ना होवा सेवा किवें होए। सो गुरु जी ने इन्हां गल्लां तो वरजिया है। हत्थां पैरां दा काम गुरु जी ने सेवा करनी ही दसी है। फिर सेवा करनी किवें है? गुरु जी आग्या विच रह के। सब तो वड्डी सेवा आग्या सम नहीं साहिब सेवा, ऐसा वचन आउंदा है साध। आग्या सम नहीं जी साहिब सेवा, साहिब सेवा। आग्या सम नहीं जी साहिब सेवा, साहिब सेवा। साहिब सेवा, साहिब सेवा। आज्ञा समझी जी साहिब सेवा, साहिब सेवा।
ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸੰਨੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸੰਨੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸੰਨੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸਾਮਨੇ ਜੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸਾਮਨੇ ਜੀ ਸਾਹਿਬ ਸੇਵਾ ਸਾਹਿਬ ਸੇਵਾ ਆਗਿਆ ਸੰਨੀ ਸਾਹਿਬ ਸੇਵਾ ਸਾਹਿਬ ਆਗਿਆ ਸੰਨੀ ਸਾਹਿਬ ਸੇਵਾ ਸਭ ਤੋਂ ਵੱਡੀ ਸੇਵਾ ਉਹ ਕਿਹੜੀ ਹੈ? ਸਾਧ ਸੰਗ ਗੁਰੂ ਦੀ ਆਗਿਆ ਵੀ ਕਰਨਾ, ਗੁਰੂ ਦੀ ਆਗਿਆ ਨੂੰ ਫੋਲੋ ਕਰਨਾ, ਗੁਰੂ ਦੇ ਹੁਕਮ ਨੂੰ ਮੰਨਣਾ ਸਿੱਖ ਵਾਸਤੇ ਸਭ ਤੋਂ ਵੱਡੀ ਸੇਵਾ ਹੈ। ਜਿਨ੍ਹਾਂ ਨੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਸੇਵਾ ਕੀਤੀ ਉਹਨਾਂ ਦੇ ਜੀਵਨ ਦੇਖੋ ਕਿੱਥੇ ਪਹੁੰਚੇ। ਸਾਧ ਸੰਗਤ ਬਾਬਾ ਲਹਿਣਾ ਜੀ ਨੇ ਸੇਵਾ ਕੀਤੀ, ਗੋਲੇ ਬਣ ਕੇ ਚਾਕਰ ਬਣ ਕੇ ਕਿੱਥੇ ਪਹੁੰਚੇ, ਦੂਜੇ ਗੁਰੂ ਨਾਨਕ ਬਣ ਗਏ। ਬਾਬਾ ਅਮਰਦਾਸ ਜੀ ਨੇ ਸੇਵਾ ਕੀਤੀ ਗੁਰੂ ਦੀ ਆਗਿਆ ਵਿੱਚ ਚੱਲ ਕੇ, ਸਾਧ ਸੰਗਤ ਤੀਸਰੇ ਗੁਰੂ ਨਾਨਕ ਬਣ ਗਏ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿਲਾਏ। ਤੇ ਉਹਨਾਂ ਦੀ ਹਜ਼ੂਰੀ ਵਿੱਚ ਭਾਈ ਜੇਠਾ ਜੀ ਆਉਂਦੇ ਹਨ, ਕਿਵੇਂ ਸੇਵਾ ਕੀਤੀ ਸਾਧ ਸੰਗਤ, ਪ੍ਰੇਮ ਦੇ ਨਾਲ, ਨਿਮਰਤਾ ਦੇ ਨਾਲ। ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋ ਸਪੁੱਤਰੀਆਂ ਬੀਬੀ ਦਾਨੀ, ਬੀਬੀ ਭਾਨੀ ਹੋਈਆਂ। ਬੀਬੀ ਦਾਨੀ ਜੀ ਦਾ ਵਿਆਹ ਕਾਰਜ ਭਾਈ ਰਾਮਾ ਜੀ ਨਾਲ ਹੋਇਆ, ਬੀਬੀ ਭਾਨੀ ਦਾ ਭਾਈ ਜੇਠਾ ਜੀ ਨਾਲ ਹੋਇਆ। ਦੋਨੋਂ ਹੀ ਸੇਵਾ ਕਰਦੇ ਹਨ ਗੁਰੂ ਦੇ ਦੱਸੇ ਹੁਕਮ ਦੇ ਅਨੁਸਾਰ। ਸਾਧ ਸੰਗਤ ਆਗਿਆ ਸੰਨੀ ਸਾਹਿਬ ਸੇਵਾ ਵਿਚਾਰ ਚੱਲਿਆ ਵੀ ਸਭ ਤੋਂ ਵੱਡੀ ਸੇਵਾ ਸਿੱਖ ਨੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਕਰਨੀ। ਜਿਵੇਂ ਜਿਵੇਂ ਗੁਰੂ ਆਗਿਆ ਕਰੇ ਸਿੱਖ ਦਾ ਕਰਮ ਹੈ, ਐਸਾ ਹੀ ਕਰਮ, ਐਸੀ ਹੀ ਸੇਵਾ ਕਰਦਾ ਰਹੇ। ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਨੇ ਪਰਖਣ ਵਾਸਤੇ, ਕਿਉਂਕਿ ਗੁਰੂ ਸਾਧ ਸੰਗਤ ਕਸੌਟੀ ਲਾਇਆ ਕਰ ਰਹੇ, ਇਹ ਗੱਲ ਲਾਜ਼ਮੀ ਹੈ। ਜਿਹੜਾ ਸਟੂਡੈਂਟ ਸਕੂਲ ਵਿੱਚ ਪੜ੍ਹਦਾ ਹੈ ਉਸਦੇ ਇਗਜ਼ਾਮ ਜ਼ਰੂਰ ਹੁੰਦੇ ਨੇ, ਪੇਪਰ ਹੁੰਦਾ ਹੈ। ਜਿਹੜਾ ਬੱਚਾ ਸਕੂਲ ਵਿੱਚ ਪੜ੍ਹਦਾ ਹੀ ਨਹੀਂ ਉਹ ਤਾਂ ਪ੍ਰਿੰਸੀਪਲ ਦੀ ਨਿਗਾਹ ਵਿੱਚ ਹੀ ਨਹੀਂ ਹੁੰਦਾ। ਸਾਧ ਸੰਗਤ ਉਹਦਾ ਪੇਪਰ ਵੀ ਕੀ ਹੋਣਾ ਹੈ। ਸੋ ਇਸ ਕਰਕੇ ਪਰਚੇ ਹੁੰਦੇ ਆਏ, ਗੁਰੂ ਕਸੌਟੀਆਂ ਲਾ ਲਾ ਕੇ ਦੇਖਦਾ ਮੇਰਾ ਸਿੱਖ ਕੱਚਾ ਹੈ ਜਾਂ ਪੱਕਾ ਹੈ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਜਿਹੜੇ ਕੱਚੇ ਪਹਿਲੇ ਹੁੰਦੇ ਨੇ ਸਾਧ ਸੰਗਤ ਝੜ ਜਾਂਦੇ ਹਨ, ਟੁੱਟ ਜਾਂਦੇ ਹਨ। ਕੋਈ ਮਰਜੀਵਾ ਸਿੱਖ ਹੀ ਹੋਵੇ ਉਹੀ ਪ੍ਰੇਮ ਦੇ ਨਾਲ ਸੇਵਾ ਕਰ ਸਕਦਾ, ਗੁਰੂ ਦੇ ਬਚਨਾਂ 'ਤੇ ਚੱਲ ਸਕਦਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਭਾਈ ਜੇਠਾ ਜੀ ਨੂੰ ਕਿਹਾ ਕਿ ਭਾਈ ਜੇਠਾ, ਇੱਥੇ ਸੰਗਤ ਆਉਂਦੀ ਹੈ, ਸਾਡੀ ਇੱਛਾ ਸੰਗਤ ਨੂੰ ਆਹ ਥਾਂ ਇੱਕ ਇਕਾਂਤ ਥਾਂ ਸੀ, ਇੱਥੇ ਬੈਠ ਕੇ ਮਿਲਿਆ ਕਰੀਏ। ਇੱਥੇ ਇੱਕ ਵਧੀਆ ਥੜਾ ਬਣਾਇਆ ਜਾਏ ਜਿਸ ਦੇ ਉੱਤੇ ਅਸੀਂ ਬੈਠਿਆ ਕਰਾਂਗੇ। ਸਤ ਬਚਨ ਕਹਿ ਦਿੱਤਾ, ਸਿਰ ਝੁਕਾ ਦਿੱਤਾ, ਮਹਾਰਾਜ ਮੇਰੇ ਵਿੱਚ ਇਤਨੀ ਤਾਕਤ ਨਹੀਂ ਮੈਂ ਕੁਛ ਕਰ ਸਕਾਂ, ਤੁਸੀਂ ਆਪ ਹੀ ਰਹਿਮਤ ਕਰਨੀ, ਆਪ ਹੀ ਕਿਰਪਾ ਕਰਨੀ, ਫਿਰ ਹੀ ਸੇਵਾ ਹੋ ਸਕਦੀ ਹੈ। ਇਹ ਵੀ ਨਿਮਰਤਾ ਹੈ ਸਾਧ ਸੰਗਤ। ਇਸੇ ਤਰ੍ਹਾਂ ਹੀ ਭਾਈ ਰਾਮਾ ਜੀ ਨੂੰ ਗੁਰੂ ਜੀ ਨੇ ਕਿਹਾ, ਭਾਈ ਰਾਮਾ ਇਤਨਾ ਵੱਡਾ ਇੱਥੇ ਥੜਾ ਬਣਾਓ, ਇੱਥੇ ਕੁਛ ਸਮਾਂ ਬੈਠਿਆ ਕਰਾਂਗੇ, ਸੰਗਤ ਨੂੰ ਮਿਲਿਆ ਕਰਾਂਗੇ। ਸਤ ਬਚਨ ਮਹਾਰਾਜ ਦੋਨਾਂ ਨੇ ਸਿਰ ਝੁਕਾ ਦਿੱਤਾ। ਜਿਸ ਤਰੀਕੇ ਨਾਲ ਗੁਰੂ ਜੀ ਨੇ ਦੱਸਿਆ ਸੀ, ਭਾਈ ਜੇਠਾ ਜੀ, ਭਾਈ ਰਾਮਾ ਜੀ ਦੋਨੋਂ ਸੇਵਾ ਵਿੱਚ ਲੱਗ ਜਾਂਦੇ ਹਨ। ਦੋਨਾਂ ਨੇ ਦੱਸੇ ਸਮੇਂ ਅਨੁਸਾਰ, ਦਸੀ ਥਾਂ ਦੇ ਅਨੁਸਾਰ ਥੜੇ ਬਣਾ ਦਿੱਤੇ। ਗੁਰੂ ਜੀ ਦੇਖਣ ਵਾਸਤੇ ਆਉਂਦੇ ਹਨ। ਦੇਖਿਆ ਕਿਉਂਕਿ ਗੁਰੂ ਕਸੌਟੀ ਲਾ ਕੇ ਦੇਖਦਾ ਵੀ ਸਿੱਖ ਪੱਕਾ ਜਾਂ ਕੱਚਾ ਹੈ। ਗੁਰੂ ਜੀ ਕਹਿਣਗੇ, ਭਾਈ ਜੇਠਾ ਜਿਵੇਂ ਕਿਹਾ ਸੀ ਉਵੇਂ ਦਾ ਥੜਾ ਨਹੀਂ ਬਣਿਆ,
ਇਹਨੂੰ ਢਾ ਦੇ, ਹੋਰ ਬਣਾ। ਸਤਵਚਨ ਮਹਾਰਾਜ ਮੇਰੇ ਪਾਸੋਂ ਭੁੱਲ ਹੋਈ, ਮੈਂ ਆਪ ਦਾ ਬਚਨ ਸਮਝ ਨਹੀਂ ਸਕਿਆ, ਮੇਰੀ ਬੜੀ ਭਾਰੀ ਗਲਤੀ ਹੈ। ਗੁਰੂ ਘਰ ਦਾ ਮੈਂ ਇਹ ਸਮਾਨ ਵੀ ਖਰਾਬ ਹੀ ਕੀਤਾ ਹੈ, ਸੋ ਖਿਮਾ ਕਰਨਾ। ਅਗਾਂਹ ਨੂੰ ਸਮਤ ਬਖਸ਼ੋ, ਜਿਹੋ ਜਿਹਾ ਆਪ ਜੀ ਕਹਿਣ ਉਹ ਜਿਹਾ ਥੜਾ ਬਣ ਜਾਏ। ਇਸੇ ਤਰ੍ਹਾਂ ਹੀ ਗੁਰੂ ਜੀ, ਗੁਰੂ ਅਮਰਦਾਸ ਮਹਾਰਾਜ ਨੇ ਭਾਈ ਰਾਮੇ ਨੂੰ ਵੀ ਕਿਹਾ, ਭਾਈ ਰਾਮਾ ਥੜਾ ਠੀਕ ਨਹੀਂ ਬਣਿਆ, ਜਿਹੋ ਜਿਹਾ ਕਿਹਾ ਸੀ ਉਹੋ ਜਿਹਾ ਨਹੀਂ ਬਣਿਆ ਹੈ। ਅੱਗੇ ਤੋਂ ਰਾਮਾ ਕਹਿੰਦਾ, ਠੀਕ ਹੈ ਮਹਾਰਾਜ, ਹੋਰ ਬਣਾ ਦਿੰਦੇ ਹਾਂ, ਪਰ ਜਿਹੋ ਜਿਹਾ ਤੁਸੀਂ ਕਿਹਾ ਸੀ ਬਣਿਆ ਤਾਂ ਉਹੋ ਜਿਹਾ ਹੀ ਹੈ। ਉਹਨਾਂ ਨੇ ਇਹ ਗੱਲ ਕਹੀ। ਦੇਖੋ ਸਾਸਨ ਕਿਤਨਾ ਫਰਕ ਹੈ। ਸੋ ਫਿਰ ਥੜਾ ਬਣਾਇਆ ਗੁਰੂ ਜੀ। ਤੀਸਰੀ ਦਫਾ ਫਿਰ ਆਏ, ਕਹਿੰਦੇ ਹਨ, ਭਾਈ ਜੇਠਾ ਤੈਨੂੰ ਇੱਕ ਦਫਾ ਕਿਹਾ ਸਮਝ ਨਹੀਂ ਲੱਗਦਾ, ਇਹ ਥੜਾ ਠੀਕ ਨਹੀਂ ਬਣਿਆ, ਇਹਨੂੰ ਢਾ ਦੇ, ਹੋਰ ਬਣਾ। ਭਾਈ ਜੇਠਾ ਜੀ ਦੇ ਨੇਤਰਾਂ ਵਿੱਚੋਂ ਜਲ ਆ ਗਿਆ, ਹੱਥ ਜੋੜ ਲਏ, ਸੱਚੇ ਪਾਤਸ਼ਾਹ ਮੇਰੇ ਤੋਂ ਬਹੁਤ ਭਾਰੀ ਗਲਤੀ ਹੋ ਰਹੀ ਹੈ, ਮੈਂ ਅਲਪੱਗ ਜੀਵ ਹਾਂ, ਤੁਸੀਂ ਸਰਬੱਗ ਹੋ, ਤੁਹਾਡੇ ਗੂੜਾ ਆਸ਼ਾ ਮੇਰੀ ਸਮਝ ਤੋਂ ਬਾਹਰ ਹੋ ਰਿਹਾ, ਕਿਰਪਾ ਕਰੋ, ਸਿਰ 'ਤੇ ਮੇਰਾ ਭਰਿਆ ਹੱਥ ਰੱਖੋ ਤਾਂ ਜੋ ਮੈਂ ਸਹੀ ਤਰੀਕੇ ਅਨੁਸਾਰ ਸੇਵਾ ਕਰ ਸਕਾਂ। ਔਰ ਮੇਰੇ ਤੋਂ ਅਗਲੀ ਗਲਤੀ ਹੋ ਰਹੀ ਹੈ, ਗੁਰੂ ਘਰ ਦੀ ਰਕਮ, ਗੁਰੂ ਘਰ ਦਾ ਪੈਸਾ ਮੈਂ ਖਰਾਬ ਕਰ ਰਿਹਾ ਹਾਂ, ਇਤਨਾ ਇੱਟਾਂ ਚੂਨਾ ਸਾਰਾ ਕੁਛ ਮੈਂ ਖਰਾਬ ਕੀਤਾ, ਮੇਰੇ ਪਾਸੋਂ ਅਵਗਿਆ ਹੋਈ ਹੈ, ਮੈਨੂੰ ਬਖਸ਼ ਦਿਓ। ਇਹ ਨਿਮਰਤਾ ਦਿਖਾਈ, ਹੱਥ ਜੋੜ ਲਏ। ਭਾਈ ਰਾਮੇ ਪਾਸ ਗੁਰੂ ਜੀ ਫਿਰ ਪਹੁੰਚਦੇ ਹਨ, ਉਹਨਾਂ ਨੂੰ ਵੀ ਉਹੀ ਬਚਨ ਕਹੇ, ਭਾਈ ਰਾਮਾ ਤੈਨੂੰ ਇੱਕ ਦਫਾ ਕਿਹਾ ਸਮਝ ਨਹੀਂ ਆਉਂਦੀ, ਆ ਥੋੜ੍ਹਾ ਠੀਕ ਨਹੀਂ ਬਣਿਆ। ਉਦੋਂ ਰਾਮਾ ਜੀ ਕਹਿਣ ਲੱਗੇ, ਮਹਾਰਾਜ ਜਿਹੋ ਜਿਹਾ ਤੁਸੀਂ ਕਿਹਾ ਬਣਿਆ ਤਾਂ ਉਹੋ ਜਿਹਾ ਹੀ ਹੈ, ਤੁਸੀਂ ਪਹਿਲੇ ਦਿਨ ਕਿਹਾ ਉਦੋਂ ਵੀ ਉਹੋ ਜਿਹਾ ਹੀ ਬਣਿਆ ਸੀ, ਦੂਜੀ ਦਫਾ ਕਿਹਾ ਉਦੋਂ ਵੀ, ਤੀਜੀ ਦਫਾ, 3 ਦਫਾ ਗੁਰੂ ਜੀ ਨੇ ਇਹ ਕਿਰਿਆ ਕੀਤੀ ਸੀ। ਹੁਣ ਤੀਜੀ ਦਫਾ ਵੀ ਥੋੜ੍ਹਾ ਉਹੋ ਜਿਹਾ ਹੀ ਹੈ। ਤੁਹਾਡੀ ਸਿਆਣੀ ਉਮਰ ਹੋਣ ਕਰਕੇ ਤੁਸੀਂ ਕਹਿ ਕੇ ਗੱਲ ਭੁੱਲ ਜਾਂਦੇ ਹੋ। ਕਿੱਥੇ ਭਾਈ ਰਾਮੇ ਨੇ ਇਹ ਗੱਲ ਕਹੀ, ਭਾਈ ਜੇਠਾ ਜੀ ਨੇ ਕਿਹਾ, ਸੱਚੇ ਪਾਤਸ਼ਾਹ ਅਸੀਂ ਭੁੱਲਣਹਾਰ ਹਾਂ, ਆਪ ਜੀ ਬਖਸ਼ ਲਿਓ, ਸਾਡੇ ਤੋਂ ਗਲਤੀਆਂ ਹੁੰਦੀਆਂ ਨੇ, ਅਸੀਂ ਭੁੱਲਣਹਾਰੇ ਹਾਂ, ਤੁਸੀਂ ਬਖਸ਼ੰਦ ਹੋ, ਗੁਰੂ ਸਦਾ ਹੀ ਬਖਸ਼ੰਦ ਹੈ। ਭਾਈ ਗੁਰਦਾਸ ਜੀ ਇਉਂ ਕਹਿੰਦੇ ਹਨ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ ਜੀ। ਸਿਮਰਨ ਮੁਰੀਦਾਂ ਢਾਕੀਆਂ, ਸਿਮਰਨ ਮੁਰੀਦਾਂ ਢਾਕੀਆਂ, ਸਿਮਰ ਮੁਰੀਦਾਂ ਢਾਡੀਆਂ, ਸਿਮਰ ਮੁਰੀਦਾਂ ਢਾਡੀਆਂ, ਸਿਮਰ ਮੁਰੀਦਾਂ ਢਾਡੀਆਂ। ਸਤਿਗੁਰ ਬਖਸ਼ੰਦਾ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ ਜੀ, ਸਤਿਗੁਰ ਬਖਸ਼ੰਦਾ ਜੀ, ਹੋਇ ਅਪਰਾਧੀ ਗੁਨਾਹਗਾਰ, ਤੇਰੇ ਬਖਸ਼ੰਦਾ, ਜਾਨ ਜਵਾਨ ਜੁਰ ਜਾਨ ਜਵਾਨ ਪਰ ਕਰ ਜੋ ਹੁੰਦਾ, ਨਿੰਦਕ ਪੁਸਤਕ ਰਾਮ ਕੋਲ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਿਮਰਤਾ ਦੇ ਘਰ ਵਿੱਚ ਆ ਕੇ ਜਿਤਨੇ ਵੀ ਔਗਣ ਯਾਦ ਆਏ ਗਿਣੇ, ਕਹਿੰਦੇ ਹਨ ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ ਚੋਰ ਜਾਰ ਜੁਆਰ ਹਉ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ਟ ਘੰਡਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਕਹਿਣ ਮੈਂ ਕੋ ਨਾ ਰਖੰਦਾ। ਇਹ ਸੱਚੇ ਪਾਤਸ਼ਾਹ ਆ ਸਾਰੇ ਔਗਣ ਮੇਰੇ ਵਿੱਚ ਹਨ। ਨਾਲੇ ਭਾਈ ਗੁਰਦਾਸ ਜੀਆਂ ਦੀ ਕਿੱਥੇ ਅਵਸਥਾ ਸੀ, ਪਰ ਉਹ ਸਾਨੂੰ ਨਿਮਰਤਾ ਸਿਖਾਉਂਦੇ ਨੇ ਕਿ ਗੁਰੂ ਦੀ ਹਜ਼ੂਰੀ ਵਿੱਚ ਬੇਨਤੀ ਕਿਵੇਂ ਕਰਨੀ ਹੈ। ਸੱਚੇ ਪਾਤਸ਼ਾਹ ਮੈਂ ਵਿਸ਼ਵਾਸ ਕਰਦੀ ਹਾਂ, ਮੈਂ ਅਕਿਰਤ ਕਰਨਾ ਹਾਂ। ਕੋਈ ਆਪਣੇ ਵਿੱਚੋਂ ਕਹਿ ਲੇਗਾ ਮੈਂ ਕਿਰਤ ਕਰਨਾ, ਆਪਣੇ ਆਪ ਨੂੰ ਕੋਈ ਨਿੰਦਕ ਕਹੇਗਾ, ਕੋਈ ਕਾਮੀ ਕਹੇਗਾ, ਕ੍ਰੋਧੀ ਕਹੇਗਾ ਨਹੀਂ। ਪਰ ਸ਼ਾਸਨ ਭਾਈ ਗੁਰਦਾਸ ਜੀ ਸਾਨੂੰ ਸਿਖਾਉਂਦੇ ਨੇ ਕਿ ਗੁਰੂ ਘਰ ਦੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਕਿਵੇਂ ਅਰਦਾਸ ਕਰਨੀ ਹੈ। ਵਿਸ਼ਵਾਸ ਘਾਤੀ ਅਕਿਰਤ ਕਨ ਮੈਂ ਕੋ ਨਾ ਰਖੰਦਾ ਸਿਮਰ ਮਰੀਦਾ ਠਾਡੀਆਂ ਸਤਿਗੁਰ ਬਖਸ਼ੰਦਾ। ਸੇ ਸਤਿਗੁਰ ਜੀ ਤੁਸੀਂ ਬਖਸ਼ਣਹਾਰੇ ਹੋ, ਸਾਨੂੰ ਬਖਸ਼ ਲੈਣਾ। ਸ਼ਾਸਨ ਗੁਰੂ ਅਮਰਦਾਸ ਮਹਾਰਾਜ ਦੀ ਹਜ਼ੂਰੀ ਵਿੱਚ ਜਦੋਂ ਭਾਈ ਜੇਠਾ ਜੀ ਨੇ ਨਿਮਰਤਾ ਦੇ ਬਚਨ ਕਹੇ, ਮਹਾਰਾਜ ਮੇਰੇ ਪਾਸੋਂ ਬੜੀ ਭਾਰੀ ਭੁੱਲ ਹੋਈ ਹੈ, ਸੇਵਕ ਦਾ ਕੰਮ ਕੀ ਹੈ, ਸੇਵਾ ਕਰਨੀ ਹੈ। ਗੁਰੂ ਜਿਵੇਂ ਮਰਜ਼ੀ ਕਰਾਉਂਦਾ ਰਹੇ, ਇੱਕ ਥੜਾ ਕੀ ਗੁਰੂ ਭਾਵੇਂ 1000 ਦਫਾ ਥੜੇ ਬਣਵਾਈ ਜਾਵੇ, ਸੇਵਕ ਨੇ ਤਾਂ ਸੇਵਾ ਹੀ ਕਰਨੀ ਹੈ। ਸੇਵਕ ਦਾ ਫਰਜ਼ ਨਹੀਂ ਕਿ ਗੁਰੂ ਦੇ ਉੱਤੇ ਕਿੰਤੂ ਪਰੰਤੂ ਕਰੇ। ਸਾਡਾ ਕੀ ਫਰਜ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕਿੰਤੂ ਕਰਨ ਦਾ? ਸਾਡਾ ਕੀ ਫਰਜ਼ ਹੈ ਗੁਰਬਾਣੀ ਤੇ ਕਿੰਤੂ ਕਰਨ ਦਾ? ਸਿੱਖ ਦਾ ਕਰਮ ਤਾਂ ਸਿਰ ਝੁਕਾਉਣਾ ਹੈ ਗੁਰੂ ਦੇ ਅੱਗੇ। ਇਸੇ ਨੂੰ ਸ਼ਾਸਨ ਸੇਵਾ ਕਿਹਾ ਹੈ। ਇਸੇ ਸੇਵਾ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਸੰਨ ਹੋ ਕੇ ਭਾਈ ਜੇਠਾ ਜੀ ਨੂੰ ਚੌਥੇ ਗੁਰੂ ਨਾਨਕ ਬਣਾਇਆ ਸੀ। ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਧੰਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ ਬਣੇ। ਸੋ ਇਉਂ ਕਰਕੇ ਸੇਵਾ ਜਿਵੇਂ ਗੁਰੂ ਕਹੇ ਉਸ ਤਰੀਕੇ ਨਾਲ ਸੇਵਾ ਹੋਇਆ ਕਰਦੀ ਹੈ ਸ਼ਾਸਨ। ਪਰ ਜੇ ਇਨਸਾਨ ਆਪਣੀ ਮੱਤ ਦੇ ਨਾਲ ਸੇਵਾ ਕਰੇ, ਫਿਰ ਗੁਰੂ ਜੀ ਕੀ ਬਚਨ ਕਰਦੇ ਹਨ? ਮੱਤ ਥੋੜੀ ਸੇਵ ਗਵਾਈ। ਮੱਤ ਥੋੜੀ ਹੋਵੇ, ਸੇਵਾ ਕੀਤੀ ਕਰਾਈ, ਇਨਸਾਨ ਖੋ ਬੈਠਦਾ ਸਾਧ ਸੰਗਤ। ਇਹਦਾ ਵੀ ਇੱਕ ਦ੍ਰਿਸ਼ਟਾਂਤ ਦੇ ਕੇ ਸਮਾਪਤੀ 'ਤੇ ਪਹੁੰਚੀਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇੱਕ ਸਿੱਖ ਭਾਈ ਸੋਭਾ ਰਾਮ ਬਚਨ ਆਉਂਦਾ ਹੈ। ਉਹ ਚੌਰ ਕਰਿਆ ਕਰਦਾ ਸੀ ਗੁਰੂ ਜੀ ਨੂੰ। ਸਾਧ ਸੰਗਤ ਉਹ ਚੌਰ ਕਰਦਾ ਹੁੰਦਾ ਸੀ। ਇੱਕ ਦਿਨ ਦੀਵਾਨ ਸਜਿਆ ਹੋਇਆ ਹੈ, ਬੇਅੰਤ ਸੰਗਤਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੀਆਂ ਸਨ। ਸਾਧ ਸੰਗਤ ਉਹ ਸਿੱਖ ਚੌਰ ਕਰ ਰਿਹਾ ਸੀ। ਇੱਧਰ ਇੱਕ ਭਾਈ ਧੰਨਾ ਕਰਕੇ ਸਿੱਖ ਦਾ ਨਾਮ ਆਉਂਦਾ ਹੈ। ਬੜੀ ਅਭੇਦ ਅਵਸਥਾ ਰੱਖਦਾ ਸੀ, ਬੜੀ ਬੰਦਗੀ ਵਾਲਾ ਸੀ। ਗੁਰੂ ਨਾਨਕ ਜੀ ਦਾ ਜਿਹੜਾ ਸਿਧਾਂਤ ਹੈ, ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਉਹਦੇ ਉੱਤੇ ਪੂਰਾ ਸੀ। ਦਸਾਂ ਨੋਹਾਂ ਦੀ ਕਿਰਤ ਕਰਨੀ,
ਨਾਮ ਜਪਣਾ ਔਰ ਸਾਧ ਸੰਗਤ ਦਸਵੰਧ ਗੁਰੂ ਘਰ ਦੇ ਵਿੱਚ ਲੈ ਕੇ ਆਇਆ ਕਰਦਾ ਸੀ। ਹੋਰ ਕੋਈ ਲੋੜਵੰਦ ਹੋਵੇ ਉਹਨੂੰ ਲੋੜੀਂਦੀਆਂ ਵਸਤੂਆਂ ਭਾਈ ਦਿੰਦਾ ਰਹਿੰਦਾ ਸੀ। ਗੁਰੂ ਦੀ ਖੁਸ਼ੀ ਇਹੋ ਜਿਹੇ ਸਿੱਖਾਂ 'ਤੇ ਹੈ ਜਿਹੜਾ ਕਿਰਤ ਵੀ ਕਰੇ ਧਰਮ ਦੀ, ਨਾਮ ਵੀ ਜਪੇ ਜੋ ਗੁਰੂ ਦਾ ਉਪਦੇਸ਼ ਹੈ, ਫਿਰ ਵੰਡ ਕੇ ਛਕੇ। ਇਹਨਾਂ ਦੇ ਉੱਤੇ ਅਕਾਲ ਦੀ ਪ੍ਰਸੰਨਤਾ ਹੈ, ਗੁਰੂ ਦੀ ਪ੍ਰਸੰਨਤਾ ਹੈ। ਸਾਸਨ ਉਹ ਸਿੱਖ ਭਾਈ ਧੰਨਾ ਗੁਰੂ ਘਰ ਦੇ ਵਿੱਚ ਗੱਡਾ ਭਰ ਕੇ ਰਾਸ਼ਨ ਦਾ ਲੈ ਕੇ ਆਇਆ। ਬਲਦ ਜੋੜਿਆ ਹੋਇਆ ਸੀ। ਪਹਿਲੇ ਸਮੇਂ ਵਿੱਚ ਆਹੀ ਸਾਧਨ ਹੁੰਦੇ ਸਨ। ਅਰਦਾਸ ਹੋ ਕੇ ਪ੍ਰਸ਼ਾਦ ਵਰਤ ਰਿਹਾ ਹੈ। ਉਹ ਭਾਈ ਸੋਭਾ ਜਿਹੜਾ ਗੁਰੂ ਜੀ ਨੂੰ ਚੌਰ ਸਾਹਿਬ ਕਰਦਾ ਸੀ, ਉਹ ਪ੍ਰਸ਼ਾਦ ਵਰਤਾ ਰਿਹਾ ਹੈ। ਆਪਾਂ ਨੇ ਬੇਨਤੀ ਇਹ ਕੀਤੀ ਹੈ ਵੀ ਸੇਵਾ ਗੁਰੂ ਦੇ ਹੁਕਮ ਵਿੱਚ ਰਹਿ ਕੇ ਹੁੰਦੀ ਹੈ। ਗੁਰੂ ਤੋਂ ਬਾਹਰ ਆਪਣੀ ਮੱਤ ਅਨੁਸਾਰ ਸੇਵਾ ਕਰਨ ਨਾਲ ਕੀਤੀ ਕਰਾਈ ਸੇਵਾ ਵਿਅਰਥ ਕਰਾ ਬੈਠਦਾ ਇਨਸਾਨ। ਉਹ ਪ੍ਰਸ਼ਾਦ ਵਰਤਾ ਰਿਹਾ ਸੀ। ਭਾਈ ਧੰਨੇ ਨੇ ਆਪਣਾ ਬਲਦ ਰੋਕਿਆ, ਉਤਰ ਕੇ ਜਾ ਕੇ ਉਹ ਸਿੱਖ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਿਆ ਵੀ ਪ੍ਰੇਮੀਆ ਮੈਨੂੰ ਪ੍ਰਸ਼ਾਦ ਦੇ ਦੇ, ਮੈਂ ਗੁਰੂ ਘਰ ਦਾ ਦਸਵੰਧ ਲੈ ਕੇ ਆਇਆ, ਲੰਗਰ ਵਿੱਚ ਰਾਸ਼ਨ ਪਹੁੰਚਾਉਣਾ। ਦੇਖ ਬਲਦ ਤੁਰਿਆ ਜਾ ਰਿਹਾ ਹੈ। ਉਹ ਸਿੱਖ ਨੇ ਖਿਆਲ ਨਹੀਂ ਕੀਤਾ, ਪ੍ਰਸ਼ਾਦ ਵਰਤਾਉਣ ਲੱਗੇ ਦੂਜੇ ਪਾਸੇ ਹੋ ਗਿਆ। ਕਹਿੰਦਾ ਬੈਠ ਕੇ ਲੈਂਦਾ ਪ੍ਰਸ਼ਾਦ। ਫਿਰ ਭਾਈ ਧੰਨਾ ਅੱਗੇ ਹੋਇਆ, ਦੇਖ ਪ੍ਰੇਮੀਆ ਮੈਂ ਬਲਦ ਜੋੜੇ ਹੋਏ ਨੇ, ਤੁਰੇ ਜਾਂਦੇ ਨੇ, ਗੁਰੂ ਘਰ ਦਾ ਰਾਸ਼ਨ ਲੈ ਕੇ ਆਏ, ਮੈਨੂੰ ਕਿਨਕਾ ਮਾਤਰ ਪ੍ਰਸ਼ਾਦ ਦੇ ਦੇ, ਮੈਂ ਅੱਗੇ ਚਲਿਆ ਜਾਣਾ ਹੈ। 2-3 ਦਫਾ ਐਸਾ ਹੀ ਹੋਇਆ। ਉਹ ਭਾਈ ਸੁਬਾ ਰਾਮ ਜਿਹੜਾ ਸੇਵਾ ਕਰ ਰਿਹਾ ਸੀ, ਕਰ ਤਾਂ ਸੇਵਾ ਰਿਹਾ, ਪਰ ਗੁਰੂ ਦੇ ਉਪਦੇਸ਼, ਗੁਰੂ ਦੇ ਬਚਨਾਂ ਨੂੰ ਭੁੱਲ ਗਿਆ ਸੇਵਾ ਕਰਦਾ ਕਰਦਾ। ਗੁਰੂ ਦੇ ਬਚਨ ਕੀ ਹੈ? ਸੇਵਾ ਕਰਦੇ ਕਿਸੇ ਨੂੰ ਫਿੱਕਾ ਨਹੀਂ ਬੋਲਣਾ। ਸੇਵਾ ਕਰਦੇ ਆ ਕਿ ਕਦੇ ਵੀ ਫਿੱਕਾ ਨਹੀਂ ਬੋਲਣਾ ਚਾਹੀਦਾ। ਸਾਸ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲਣ ਦੇ ਨਾਲ ਤਨ ਵੀ ਮਨ ਵੀ ਸਾਰਾ ਕੁਛ ਹੀ ਫਿੱਕਾ ਹੋ ਜਾਂਦਾ। ਨਾਨਕ ਫਿੱਕਾ ਬੋਲੇ। ਸੋ ਉਹਨੇ ਫਿੱਕਾ ਬਚਨ ਬੋਲਿਆ। ਕੀ ਕਹਿੰਦਾ ਹੈ? ਕਿਉਂ ਰਿਛ ਵਾਂਗ ਟੱਪਦਾ ਫਿਰਦਾ ਹੈ? ਇੱਕ ਥਾਂ ਬੈਠ ਜਾ। ਸਾਸਨ ਸੇਵਾ ਕਰਦਾ ਪਰ ਮੁੱਖੋਂ ਬਚਨ ਇਹ ਫਿੱਕੇ ਬੋਲੇ। ਤਾਂ ਉਦੋਂ ਉਹ ਭਾਈ ਸਿੱਖ ਨੇ ਸਹਿਜੇ ਬਚਨ ਕੀਤੇ, ਪ੍ਰੇਮੀਆ ਰਿਛ ਮੈਂ ਨਹੀਂ, ਰਿਛ ਤਾਂ ਤੂੰ ਬਣੇਗਾ। ਸੇਵਾ ਕਰਦਿਆਂ ਫਿੱਕੇ ਬਚਨ ਬੋਲ ਰਹੇ। ਸੋ ਇਉਂ ਕਰਕੇ ਫਿਰ ਉਹ ਸਾਸਨ ਸਿੱਖ ਦਾ ਬਚਨ ਟਲਦਾ ਨਹੀਂ। ਜਿਹਦੇ ਅੰਦਰ ਬੰਦਗੀ ਹੋਵੇ, ਕਮਾਈ ਹੋਵੇ, ਨਾਮ ਜਪਣ ਵਾਲੀ ਰੂਹ ਹੋਵੇ, ਉਹ ਸਹਿ ਸੁਭਾਅ ਵੀ ਬਚਨ ਕਰਦੇ, ਬਚਨ ਪੂਰਾ ਹੋ ਜਾਂਦਾ ਹੈ। ਫਿਰ ਉਹ ਸਿੱਖ ਸਾਸਨ ਰਿਸ਼ੀ ਬਣਿਆ ਸੀ। ਫਿਰ ਉਹਦਾ ਉਦਾਰ ਦਸਮ ਪਾਤਸ਼ਾਹ ਨੇ ਕੀਤਾ ਸੀ। ਭਾਈ ਕੀਰਤੀਆ ਸੀ ਸਾਸਨ ਜਿਹੜਾ ਉਹਦਾ ਪੁੱਤਰ ਸੀ। ਤੋ ਇਉਂ ਕਰਕੇ ਕਹਿਣ ਦਾ ਭਾਵ ਗੁਰੂ ਦੇ ਬਚਨਾਂ ਵਿੱਚ ਰਹਿ ਕੇ ਸੇਵਾ ਕਰਨੀ, ਪ੍ਰੇਮ ਨਾਲ ਸਾਰਿਆਂ ਵਿੱਚ ਰੱਬ ਰੂਪ ਜਾਣ ਕੇ ਸੇਵਾ ਕਰਨੀ, ਪਰਮੇਸ਼ਰ ਰੂਪ ਜਾਣ ਕੇ ਸੇਵਾ ਕਰਨੀ, ਗੁਰੂ ਦੇ ਬਚਨ ਨੂੰ ਮੰਨ ਕੇ ਸੇਵਾ ਕਰਨੀ। ਉਹ ਸੇਵਾ ਕੀਤੀ ਹੋਈ ਸਫਲ ਹੋਇਆ ਕਰਦੀ ਹੈ। ਸੋ ਇਸ ਕਰਕੇ ਹੁਣ ਜੇ ਸੇਵਾ ਕਰਦਿਆਂ ਮਨ ਵਿੱਚ ਮਾਣ ਰਹਿ ਜਾਏ, ਇਹੋ ਜਿਹੇ ਫਿੱਕੇ ਬਚਨ ਬੋਲੇ ਜਾਣ, ਫਿਰ ਉਹ ਸੇਵਾ ਵਾਹਿਗੁਰੂ ਦੇ ਘਰ 'ਤੇ ਪ੍ਰਵਾਨ ਨਹੀਂ ਹੋਇਆ ਕਰਦੀ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਹੱਥ ਪੈਰ ਮਿਲਣ ਸੇਵਾ ਕਰਨ ਵਾਸਤੇ। ਹੁਣ ਜੇ ਸੇਵਾ ਨਹੀਂ ਕਰਦੇ ਫਿਰ ਤਾਂ ਇਹਨਾਂ ਦਾ ਕਰਾਉਣਾ ਕੀ ਹੈ? ਤਰਕਾਰ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇਹਨਾਂ ਦਾ ਕੋਈ ਲਾਭ ਹੀ ਨਹੀਂ। ਸੇਵਾ ਕਰਨੀ ਹੈ, ਮੁਰਦਾ ਹੋ ਕੇ ਸੇਵਾ ਕਰੇ। ਸਿੱਖ ਸੇਵਾਦਾਰ ਨਾਨਕ ਦੇ ਘਰ ਦਾ ਗੁੱਲਾ ਉਹੀ ਹੈ ਜਿਹੜਾ ਮੁਰਦਾ ਬਣ ਜਾਏ। ਸਾਸ ਮੁਰਦਾ ਹੋਏ ਮਰੀ ਨਾ ਗੱਲੀ ਹੋਣਾ। ਗੱਲਾਂ ਬਾਤਾਂ ਨਾਲ ਨਹੀਂ ਸੇਵਾ ਹੁੰਦੀ। ਗੱਲਾਂ ਬਾਤਾਂ ਨਾਲ ਸਿੱਖ ਨਹੀਂ ਬਣਿਆ ਜਾਂਦਾ। ਗੱਲਾਂ ਬਾਤਾਂ ਨਾਲ ਮੁਰਦਾ ਨਹੀਂ ਬਣਿਆ ਜਾਂਦਾ ਹੈ। ਇਸ ਕਰਕੇ ਭਾਈ ਇਹ ਸਾਰੀ ਮਾਨਸ ਦੇਹੀ ਦਾ ਭਾਈ ਗੁਰਦਾਸ ਜੀ ਨੇ ਸਾਨੂੰ ਪ੍ਰੇਮ ਨਾਲ ਸਮਝਾਇਆ ਵੀ ਮਾਨਸ ਦੇਹੀ ਤੋਂ ਲਾਭ ਕਿਵੇਂ ਉਠਾਉਣਾ ਹੈ। ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਨੇ ਫਿਲ ਕਰਨੀ। ਪੀਰ ਮਰੀਦਾ ਪਿਰਹੜੀ ਸੁਖ ਸਤਿਗੁਰ ਸ਼ਰਣੀ। ਸੁਖ ਜਿਹੜਾ ਹੈ ਸੁਨਤ ਗੁਰੂ ਦੀ ਸ਼ਰਨ ਵਿੱਚ ਹੀ ਹੈ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਕੀ ਹੈ? ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹਾਂ, ਪਰ ਹੁਣ ਇਹਦਾ ਮਤਲਬ ਇਹ ਆਪਾਂ ਸ਼ਰਨ ਵਿੱਚ ਆ ਗਏ ਨਹੀਂ। ਸ਼ਰਨ ਵਿੱਚ ਆਉਣ ਦਾ ਮਤਲਬ ਗੁਰੂ ਦੀ ਹਜ਼ੂਰੀ ਵਿੱਚ ਆ ਗਏ। ਗੁਰੂ ਦੇ ਪ੍ਰੇਮ ਅੰਮ੍ਰਿਤ ਵਚਨਾਂ ਨੂੰ ਸੁਣੋ, ਫਿਰ ਉਹਨਾਂ ਵਚਨਾਂ ਨੂੰ ਸੁਣ ਕੇ ਮੰਨੋ, ਕਮਾਈ ਕਰੋ, ਅਮਲ ਕਰੋ। ਇਹ ਹੈ ਗੁਰੂ ਦੀ ਸ਼ਰਨ ਵਿੱਚ ਆਉਣਾ। ਸਾਧ ਸੰਗਤ ਆਪਣੀ ਇਹੀ ਵਿਚਾਰ ਚੱਲੀ ਆ ਰਹੀ ਹੈ। ਸੇਵ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ
उत्तम बाणी गाव्या सुनिया तिनका हर थाई पावै जिन सतगुर की आज्ञा सत सत करमानी गुरु की आज्ञा गुरु के बचनों को कमाओ। हजूर दसम पातशाह ने हजूर साहब बचन कीते सन केड़े आज्ञा पही अकाल कीत हुए चलायो पंथ सब सिखन को हुक्म है गुरु मान्यो ग्रंथ। शासन गुरु जी का यह हुक्म है। एक तो होंगे ना किसी ने आ भी गल कही उन्होंने मनो ना मनो पर गुरु ने खास कहा भी ये साडा हुक्म है भाई। हुण हुक्म मनना हर एक सिख का फर्ज है। जे असीं कहते हैं असीं गुरु के सिख हाँ गुरु के सिख तरे जे गुरु का हुक्म मनांगे। हुण साडे अज दे समय गुरु गुरु ग्रंथ साहिब महाराज हुण अगे असीं गुरु की आग्ञा का पालन करना है। जो जो आपां ने विचारां पिछले 5-6 दिनों तो कीतियां सासों उन्होंने उत्ते अमल करो। पिछले 5-6 दिनों तो कथा कीर्तन करते हैं कीर्तन करते हैं बेअंत गलतियां भुलना चुका हो जांदियां। संगत बख्शण योग है बख्शने गुरु ग्रंथ साहिब महाराज दे हजूर चरणों विच अरदास पींदे सच्चे पातशाह असीं अवगणहारी जीव हाँ आप दी शान के खिलाफ पता नहीं की कुछ बोल लेंदे हैं। इस करके बख्श लेना। सारे प्रबंधकों का धन्यवाद गुरु जी का शुकराना। और सारे प्रेमी रल मिल के आनंद साहिब का पाठ करिए फिर गुरु चरणों विच अरदास गुरु जी का हुक्मनामा साहिब सरवण करना है। राम कली महला तीजा आनंद एक ओंकार सतगुर प्रसाद आनंद भया तेरी पाए सतगुरु मैं पाया मन हो दिया राज रतन सब दूता का हरि जिनी उठाया कह करनाएंगे कारो करे तेरा कारज सदा Thank you.